ਤਾਂ ਮੈਂ ਸਮਝਣਾ ਚਾਹੂੰਗਾ ਜਿਹੜੀ ਨॉन एसडीएस कैटेगरी है, चाहे वो एक मॉड्यूल चो 5.5 होवे, चाहे वो पीटी होम बेस्ड, पीटी सेंटर बेस्ड, टॉफल होम बेस्ड, टॉफल सेंटर बेस्ड होवे, नॉन एसडीएस कैटेगरी अज कित्थे खड़ी है, कितना सक्सैस रेट नॉन एसडीएस नूं मिल सकदा, तां किहड़ियां गल्लां दा जे सक्सैस रेट नॉन एसडीएस विच लैणा तां किहड़ियां गल्लां दा बच्चा ध्यान रखे ताकि उहनूं वीज़ा मिल सके। सो इस कॉलेज ਦੇ ਵਿੱਚ ਹੀ ਕਰੰਟਲੀ ਆਮ ਇਨ ਕੈਨੇਡਾ ਤਾਂ ਮੈਂ ਇੱਥੇ ਉਹ ਬੱਚੇ ਵੀ ਦੇਖਿਆ ਜਿਨ੍ਹਾਂ ਦੇ 5.5 ਇੱਕ ਮੋਡਿਊਲ ਦੇ ਵਿੱਚ ਨੇ, ਤਾਂ ਵੀ ਉਹਨਾਂ ਦਾ ਜਿਹੜਾ FCMT ਕਾਲਜ ਦੇ ਵਿੱਚ ਜਿਹੜਾ ਵੀਜ਼ਾ ਉਹਨਾਂ ਨੂੰ ਅਪਰੂਵ ਹੋਇਆ। ਸੋ ਕਾਲਜ ਦਾ ਸਕਸੈਸ ਰੇਟ ਦੇ ਨਾਲ ਐਮਬੈਸੀ ਦੇ ਨਾਲ ਕਿੰਨਾ ਕੁ ਰਿਲੇਸ਼ਨ ਹੈ, ਕਿੰਨਾ ਕਿ ਇਸ ਚੀਜ਼ ਦਾ ਪ੍ਰਭਾਵ ਪੈਂਦਾ, ਚਾਹੇ ਉਹ ਸਰਕਾਰੀ ਪ੍ਰਾਈਵੇਟ ਕੁਝ ਵੀ ਹੋਵੇ, ਕਾਲਜ ਦਾ ਕੀ ਰਿਲੇਸ਼ਨ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਕੀਰਤ ਸਿੰਘ ਤੁਹਾਡਾ ਸਵਾਗਤ ਕਰਦਾ ਪ੍ਰੋਗਰਾਮ ਵੀਜ਼ਾ ਵਿਚਾਰ ਦੇ ਵਿੱਚ। ਤੇ ਅੱਜ ਦੇ ਵਿਚਾਰ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਹਿਮਾਂਸ਼ੂ ਸਹੋਤਾ ਜੀ, FCMT ਕਾਲਜ ਬਰੈਂਪਟਨ ਤੋਂ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਠੀਕ ਹੈ, ਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ FCMT ਕਾਲਜ ਫਲੇਅਰ ਕਾਲਜ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਜੋ ਕਿ ਸਿਚੁਏਟਡ ਹੈ ਬਰੈਂਪਟਨ ਸਿਟੀ ਦੇ ਵਿੱਚ, ਓਨਟਾਰੀਓ, ਕੈਨੇਡਾ ਇੱਕ ਉਹ ਡੈਸਟੀਨੇਸ਼ਨ ਆ ਜਿੱਥੇ ਬੱਚੇ ਜਾਣਾ ਚਾਹੁੰਦੇ ਨੇ। ਤੇ ਅਸੀਂ ਵੀਜ਼ਾ ਵਿਚਾਰ ਪ੍ਰੋਗਰਾਮ ਤੁਹਾਡੇ ਲਈ ਇਸੇ ਲਈ ਸ਼ੁਰੂ ਕੀਤਾ ਹੈ ਕਿ ਕੈਨੇਡਾ, ਆਸਟ੍ਰੇਲੀਆ, UK ਦੀਆਂ ਜਿਹੜੀਆਂ ਤੁਹਾਡੇ ਸਵਾਲ ਨੇ ਉਹਨਾਂ ਨੂੰ ਸੋਲਵ ਕਰੀਏ, ਕਾਲਜਿਸ ਨੂੰ ਲੈ ਕੇ ਆਈਏ, ਚੰਗੀਆਂ ਸ਼ਖਸੀਅਤਾਂ ਨੂੰ ਲੈ ਕੇ ਆਈਏ, ਤੁਹਾਡੇ ਰੂਬਰੂ ਕਰਵਾਈਏ, ਸੋ ਦੈਟ ਕਿ ਤੁਹਾਡੇ ਸਵਾਲਾਂ ਦੇ ਤੁਹਾਨੂੰ ਜਵਾਬ ਮਿਲ ਸਕਣ ਤੇ ਅਸੀਂ ਵੱਧ ਤੋਂ ਵੱਧ ਨੌਲੇਜ ਵੰਡ ਸਕੀਏ, ਅਵੇਅਰਨੈਸ ਪੈਦਾ ਕਰ ਸਕੀਏ ਕਿਸ ਤਰੀਕੇ ਨਾਲ ਤੁਸੀਂ ਆਪਣੀ ਐਪਲੀਕੇਸ਼ਨਸ ਕਰ ਸਕਦੇ ਆ। ਤਾਂ FCMT ਕਾਲਜ ਦੇ ਵਿੱਚ ਅਸੀਂ ਆਲਰੇਡੀ ਬਹੁਤ ਟਾਈਮ ਤੋਂ ਕੰਮ ਕਰ ਰਹੇ ਹਾਂ। ਅਸੀਂ ਬਹੁਤ ਸਾਰੇ ਸਟੂਡੈਂਟਸ ਨੂੰ FCMT ਕਾਲਜ ਵਿੱਚ ਭੇਜਿਆ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਇੱਕ ਛੋਟੀ ਜਿਹੀ ਕਲਿੱਪ ਦੇਖਾਂਗੇ ਜੋ ਮੈਂ ਤੇ ਸਰ ਨੇ ਹੁਣੇ ਆਪਾਂ ਇੱਕ ਸਟੂਡੈਂਟ ਨਾਲ ਗੱਲ ਕੀਤੀ ਜੋ ਕੈਨੇਡਾ ਵਿੱਚ ਨੇ, ਹਰਮਨਪ੍ਰੀਤ ਕੌਰ, ਜੋ ਜਿਨ੍ਹਾਂ ਦਾ ਵੀਜ਼ਾ ULO ਐਜੂਕੇਸ਼ਨ ਤੋਂ ਆਇਆ ਸੀ, FCMT ਕਾਲਜ ਦਾ ਆਇਆ ਸੀ, 3 ਰਿਫਿਊਜ਼ਲਸ ਤੋਂ ਬਾਅਦ ਆਇਆ ਸੀ। ਤਾਂ ਪਹਿਲਾਂ ਤੁਸੀਂ ਇਹ ਕਲਿੱਪ ਦੇਖੋ, ਹਰਮਨਪ੍ਰੀਤ ਕੌਰ ਦਾ ਕੀ ਕਹਿਣਾ ਹੈ FCMT ਕਾਲਜ ਦੇ ਬਾਰੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਮਨਪ੍ਰੀਤ ਕੌਰ। ਐਜ਼ ਮੈਂ ਆਪਣੀ ਐਪਲੀਕੇਸ਼ਨ ULO ਤੋਂ ਪ੍ਰੋਸੀਡ ਕੀਤੀ ਸੀ। ਸੋ ਉਸ ਤੋਂ ਬਾਅਦ ਐਜ਼ ਸਰ ਐਕਸਪਲੇਨਡ ਕਿ ਮੇਰੀਆਂ 3 ਰਿਫਿਊਜ਼ਲਸ ਆਲਰੇਡੀ ਜਿਹੜੀਆਂ ਮੈਂ ਫੇਸ ਕੀਤੀਆਂ ਸੀ ਆਪਣੀਆਂ ਪਬਲਿਕ ਕਾਲਜ ਦੇ ਵਿੱਚ ਐਪਲੀਕੇਸ਼ਨ ਕਰਕੇ। ਸੋ ਵੈਨ ਆਈ ਕਮ ਟੂ ULO ਐਜੂਕੇਸ਼ਨ ਤਾਂ ਮੈਨੂੰ ਇੱਥੇ FCMT ਕਾਲਜ ਬਾਰੇ ਇਨਫੋਰਮੇਸ਼ਨ ਮਿਲੀ। ਸੋ ਇਟ ਇਜ਼ ਅ ਪ੍ਰਾਈਵੇਟ ਕਾਲਜ ਬਟ ਜਿਹੜੀ ਮੈਂ ਆਪਣੀ ਐਪਲੀਕੇਸ਼ਨ ਆ ਉਹ ਇਸ ਕਾਲਜ ਲਈ ਪ੍ਰੋਸੀਡ ਕੀਤੀ ਐਂਡ ਆਈ ਗॉट ਮਾਈ ਵੀਜ਼ਾ ਜਦੋਂ ਮੈਂ ਆਪਣੀ 4th ਟਾਈਮ ਐਪਲੀਕੇਸ਼ਨ ਜਿਹੜੀ ਐਮਬੈਸੀ ਸਬਮਿਟ ਕੀਤੀ। ਸੋ ਇਹਦੇ ਵਿੱਚ ਬਿਲਕੁਲ ਸਮੂਥ ਪ੍ਰੋਸੀਜਰ ਰਿਹਾ ਮੇਰਾ ਈਚ ਐਂਡ ਐਵਰੀ ਸਟੈਪ ਜਿਹੜਾ ਬੇਸਿਕਲੀ ਬਹੁਤ ਕਲੀਅਰ ਸੀ। ਈਵਨ ਮੇਰੇ 6 ਈਚ ਬੈਂਡ ਸਕੋਰ ਸੀਗੇ ਮੇਰੇ ਆਲਸ ਦੇ ਵਿੱਚੋਂ, ਤਾਂ ਵੀ ਮੈਨੂੰ ਰਿਫਿਊਜ਼ਲਸ ਜਿਹੜੀਆਂ ਮੈਂ ਫੇਸ ਕੀਤੀਆਂ। ਸੋ ਇਸ ਕਾਲਜ ਦੇ ਵਿੱਚ ਕਰੰਟਲੀ ਆਮ ਇਨ ਕੈਨੇਡਾ ਤਾਂ ਮੈਂ ਇੱਥੇ ਉਹ ਬੱਚੇ ਵੀ ਦੇਖਿਆ ਜਿਨ੍ਹਾਂ ਦੇ 5.5 ਇੱਕ ਮੋਡਿਊਲ ਦੇ ਵਿੱਚ ਨੇ, ਤਾਂ ਵੀ ਉਹਨਾਂ ਦਾ ਜਿਹੜਾ FCMT ਕਾਲਜ ਦੇ ਵਿੱਚ ਜਿਹੜਾ ਵੀਜ਼ਾ ਉਹਨਾਂ ਨੂੰ ਅਪਰੂਵ ਹੋਇਆ। ਸੋ ਆਈ ਵਿਲ ਹਾਈਲੀ ਰეკਮੈਂਡ ਦੈਟ ਤੁਸੀਂ ਇਸ ਕਾਲਜ ਤੇ ਟਰਸਟ ਕਰ ਸਕਦੇ ਹੋ ਐਂਡ ਯੂ ਕੈਨ ਗੋ ਫॉर ਦਿਸ ਕਾਲਜ। ਥੈਂਕ ਯੂ। ਠੀਕ ਹੈ ਜੀ। ਤੇ ਹਰਮਨ ਇਹ ਦੱਸੋ ਕਿ ਜਦੋਂ ਤੁਸੀਂ ਆਪਣੀ ਐਪਲੀਕੇਸ਼ਨਸ ਕਰਾਉਣ ਜਾਂਦੇ ਸੀ, ਪਹਿਲਾਂ ਤੁਹਾਡੀਆਂ 3 ਰਿਫਿਊਜ਼ਲਸ ਨੇ, ਉਹਨਾਂ ਰਿਫਿਊਜ਼ਲਸ ਕਿੰਨਾ ਸਮਾਂ ਤੁਹਾਡਾ ਖਰਾਬ ਹੋਇਆ? ਕਿਉਂਕਿ ਇੱਕ ਬੜਾ ਜ਼ਰੂਰੀ ਸਰ ਵਿਸ਼ਾ ਹੈ ਸਮੇਂ ਦਾ, ਕਿਉਂਕਿ ਬੱਚੇ ਦੇਖਦੇ ਆ ਥਾਂ ਥਾਂ ਧੱਕੇ ਖਾਂਦੇ ਜੀ, ਇੱਥੇ ਆਫਰ ਲੈਟਰ ਲੈ ਲਈ, ਇੱਥੇ ਅਪਲਾਈ ਕਰਤਾ, ਰਿਫਿਊਜ਼ਲ ਲੈ ਲਈ, ਫਿਰ ਕਿਸੇ ਹੋਰ ਕੰਸਲਟੈਂਟ ਕੋਲ ਚਲੇ ਗਏ। ਕਿੰਨਾ ਸਮਾਂ ਤੁਹਾਨੂੰ ਲੱਗਿਆ ਪਹਿਲੀਆਂ 3 ਰਿਫਿਊਜ਼ਲ ਦੇ ਵਿੱਚ? ਕਿੰਨਾ ਟਾਈਮ ਤੁਹਾਡਾ ਉੱਥੇ ਲੱਗਿਆ? ਐਜ਼ ਮੈਂ ਆਪਣੀ ਜਿਹੜੀ 12th ਸੀ ਉਹ 2020 ਦੇ ਵਿੱਚ ਪਾਸ ਆਊਟ ਕੀਤੀ ਸੀ। ਸੋ ਉਸ ਤੋਂ ਬਾਅਦ ਈਵਨ ਵਿਦਨ 1 ਮੰਥ ਮੈਂ ਆਪਣਾ ਆਲਸ ਕਲੀਅਰ ਕਰਕੇ ਉਸ ਤੋਂ ਬਾਅਦ ਆਪਣੀ ਫਰਸਟ ਫਾਈਲਿੰਗ ਜਿਹੜੀ ਪ੍ਰੋਸੀਡ ਕੀਤੀ, ਜਿਹਦੇ ਵਿੱਚ 6 to 7 ਮੰਥ ਮੇਰੇ ਵੈਸੇ ਹੀ ਵੇਸਟ ਹੋ ਗਏ ਬਿਕਾਜ਼ ਆਈ ਡਿਡਨਟ ਗੈਟ ਐਨੀ ਰਿਸਪੌਂਸ। ਸੋ ਮੈਂ ਆਪਣੀ ਐਪਲੀਕੇਸ਼ਨ ਵਿਦਡਰੋ ਕਰਾਈ। ਸੋ ਆਫਟਰ ਦੈਟ ਮੈਂ ਆਪਣੀਆਂ ਫਾਈਲਸ ਦੁਬਾਰਾ ਫਿਰ ਸਬਮਿਟ ਕੀਤੀਆਂ ਅਗੇਨ ਐਂਡ ਅਗੇਨ, ਜਿਹਦੇ ਵਿੱਚ ਮੇਰੇ 2 ਸਾਲ ਇਨਕਲੂਡਿੰਗ ਪ੍ਰੋਪਰ 2 ਸਾਲ ਜਿਹੜੇ ਵੇਸਟ ਹੋ ਗਏ ਐਂਡ ਪਲੱਸ 7 ਤੋਂ 8 ਲੱਖ ਮਨੀ ਜਿਹੜੀ ਮੈਂ ਵੈਸੇ ਹੀ ਵੇਸਟ ਕਰ ਚੁੱਕੀ ਸੀ। ਸੋ ਜਿਹੜੀ ਟਾਈਮ ਜਿਹੜਾ ਮੇਰਾ ਬਹੁਤ ਵੇਸਟ ਹੋਇਆ। ਸੋ ਉਸ ਤੋਂ ਬਾਅਦ ਮੇਰਾ ਡਿਸੀਜ਼ਨ FCMT ਲਈ ਬਿਲਕੁਲ ਫੇਅਰ ਡਿਸੀਜ਼ਨ ਸੀ। ਸੋ ਆਈ ਐਮ ਹੈਪੀ ਦੈਟ ਆਈ ਟੁਕ ਦੈਟ। ਇਹ ਸੀਗੇ ਜੀ ਹਰਮਨਪ੍ਰੀਤ ਕੌਰ, ਜਿਨ੍ਹਾਂ ਦਾ 3 ਰਿਫਿਊਜ਼ਲਸ ਤੋਂ ਬਾਅਦ ਕੈਨੇਡਾ ਦਾ ਸਟੂਡੈਂਟ ਵੀਜ਼ਾ ਆਇਆ ਹੈ, FCMT ਕਾਲਜ ਬਰੈਂਪਟਨ ਕੈਂਪਸ ਦੇ ਵਿੱਚ ਆਇਆ। ਸਰ ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਤੁਸੀਂ FCMT ਕਾਲਜ ਤੋਂ ਸਾਡੇ ਕੋਲ ਆਏ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ ਪਹਿਲਾਂ ਤਾਂ। ਤੇ ਅੱਜ ਦੀ ਇਸ ਐਪੀਸੋਡ ਦੇ ਵਿੱਚ, ਵੀਜ਼ਾ ਵਿਚਾਰ ਦੇ ਇਸ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਨੀ ਹੈ FCMT ਕਾਲਜ ਦੇ ਬਾਰੇ। ਮੈਂ ਪਹਿਲਾਂ ਦਰਸ਼ਕਾਂ ਨੂੰ ਦੱਸੂੰਗਾ, ਅਸੀਂ ਵੀਜ਼ਾ ਵਿਚਾਰ ਦੇ ਵਿੱਚ ਅਵੇਅਰ ਕਰਦੇ ਹਾਂ, ਕਿਸੇ ਵੀ ਕਾਲਜ ਨੂੰ ਅਸੀਂ ਪ੍ਰਮੋਟ ਨਹੀਂ ਕਰਦੇ। ਤਾਂ ਇਸ ਗੱਲ ਦਾ ਧਿਆਨ ਰੱਖਿਓ, ਇਹ ਜਿਹੜਾ ਐਪੀਸੋਡ ਹੈ ਪ੍ਰਮੋਸ਼ਨਲ ਐਪੀਸੋਡ ਨਹੀਂ ਹੈਗਾ। ਸਿਰਫ ਤੁਹਾਡੇ ਸਵਾਲ ਜੋ ਤੁਸੀਂ ਮੈਨੂੰ ਪੁੱਛਦੇ ਰਹੇ ਹੋ, ਤੁਸੀਂ ਮੈਨੂੰ ਇਹ ਸਵਾਲ ਪੁੱਛਦੇ ਹੋ, ਅਸੀਂ ਅੱਜ ਆਪਾਂ ਕਾਲਜ ਨੂੰ ਸਾਹਮਣੇ ਬਿਠਾ ਕੇ ਇਹ ਸਵਾਲ ਪੁੱਛਣੇ ਆ, ਆਪਾਂ ਜਾਣਕਾਰੀ ਲੈਣੀ ਆ। ਅਸੀਂ ਕਿਸੇ ਵੀ ਕਾਲਜ ਨੂੰ ਪ੍ਰਮੋਟ ਨਹੀਂ ਕਰ ਰਹੇ, ਠੀਕ ਹੈ? ਇਸ ਚੀਜ਼ ਦਾ ਧਿਆਨ ਰੱਖਿਓ। ਤਾਂ ਹੁੰਦਾ ਕੀ ਹੈ ਬੇਸਿਕਲੀ, ਸਭ ਤੋਂ ਇੰਪੋਰਟੈਂਟ ਚੀਜ਼ ਸਰ, ਜਦੋਂ ਕੋਈ ਬੱਚਾ ਕੈਨੇਡਾ ਵਿੱਚ ਅਪਲਾਈ ਕਰਦਾ ਤਾਂ ਉਹਦਾ ਚੋਇਸ ਹੁੰਦੀ ਹੈ ਕਿ ਪਬਲਿਕ ਕਾਲਜ, ਸਰਕਾਰੀ ਕਾਲਜ ਵਿੱਚ ਅਪਲਾਈ ਕੀਤਾ ਜਾਵੇ। FCMT ਕਾਲਜ ਇੱਕ ਪ੍ਰਾਈਵੇਟ ਇੰਸਟੀਚਿਊਟ ਹੈ। ਤੁਸੀਂ ਕੀ ਕਹੋਗੇ ਕਿ ਬੱਚਾ FCMT ਕਾਲਜ, ਸਰਕਾਰੀ ਕਾਲਜ ਜਾਂ ਪਬਲਿਕ ਕਾਲਜ ਨੂੰ ਛੱਡ ਕੇ ਕਿਉਂ ਅਪਲਾਈ ਕਰੂਗਾ?
So FCMT college, no doubt, it's a private institute. हाँ जी. But अगर ਆਪਾਂ ਇਹਨੂੰ compare ਕਰਦੇ ਹਾਂ ਕਿਸੇ public institute ਦੇ ਨਾਲ, so public institute ਦੇ according ਅਗਰ ਆਪਾਂ ਦੇਖੀਏ FCMT colleges ਦੇ ਵਿੱਚ ਫੀਸ ਸਟਰਕਚਰ ਬਹੁਤ ਅਫੋਰਡੇਬਲ ਆ. ਰੈਸਟ ਇਨਟੇਕ ਦੀ ਫਲੈਕਸੀਬਲ ਇਨਟੇਕਸ ਨੇ, ਰਾਈਟ. ਵੀ ਹੈਵ ਲਾਈਕ ਰੋਲਿੰਗ ਇਨਟੇਕਸ ਇਨ ਅ ਈਅਰ, ਵੀ ਹੈਵ 6 ਇਨਟੇਕਸ ਇਨ ਈਅਰ, ਰਾਈਟ. ਅਗਰ ਆਪਾਂ ਫੀਸ ਨੂੰ ਕੰਪੇਅਰ ਕਰਦੇ ਹਾਂ ਤਾਂ ਫੀਸ ਇਟਸ ਅਰਾਊਂਡ $13,500 ਓਨਲੀ ਫॉर ਇੰਟਰਨੈਸ਼ਨਲ ਸਟੂਡੈਂਟਸ. ਇੰਟਰਨੈਸ਼ਨਲ ਸਟੂਡੈਂਟ $13,500 ਜੋ 1 ਸਾਲ ਦੀ ਤੁਹਾਡੀ ਟਿਊਸ਼ਨ ਡਿਪੋਜ਼ਿਟ ਹੈ ਜੀ. ਯਾ. So after that fees, so intakes मैं already ਤੁਹਾਨੂੰ like introduce ਕਰ ਚੁੱਕਾ. plus ਅਗਰ offer letter ਦੀ ਗੱਲ ਕਰੀਏ, ਅਗਰ ਕੋਈ ਵੀ student ULO education ਦੇ ਪਲੇਟਫਾਰਮ ਤੋਂ ਅਪਲਾਈ ਕਰ ਰਿਹਾ ਤਾਂ offer letter ਉਹ within 24 hours ਲੈ ਸਕਦਾ ਹੈ. ਤੋ ਦੇਖੋ ਮੇਰੇ ਕੋਲ ਕੱਲ ਵੀ ਇੱਕ ਸਰ ਜੰਮੂ ਤੋਂ ਮੈਸੇਜ ਆਇਆ ਇੱਕ ਬੱਚੇ ਦਾ, ਤੇ ਉਹ ਮੈਨੂੰ ਕਹਿੰਦਾ ਜੀ ਮੈਂ ਅਕਤੂਬਰ ਦੇ ਵਿੱਚ ਅਪਲਾਈ ਕੀਤਾ ਸੀ ਕੈਨੇਡਾ ਦੇ ਵਿੱਚ, ਬਰੈਂਪਟਨ ਕੋਈ ਹੋਰ ਕਾਲਜ, ਪਤਾ ਨਹੀਂ ਕੀ ਕਾਲਜ ਦਾ ਨਾਮ ਹੈ, ਕੰਸਲਟੈਂਟ ਦਾ ਵੀ ਨਾਮ ਹੈ. ਉਹਨੂੰ ਨਾ ਪੁੱਛਿਆ, ਨਾ ਅਸੀਂ ਪੁੱਛਦੇ ਹਾਂ ਕਿਉਂਕਿ ਆਪਾਂ ਕਿਸੇ ਨੂੰ ਡੀ ਗ੍ਰੇਡ ਜਾਂ ਆਪਾਂ ਅਪਗ੍ਰੇਡ ਨਹੀਂ ਕਰਨਾ ਹੁੰਦਾ. ਤਾਂ ਉਹਦੀ ਅਕਤੂਬਰ 2022 ਦੀ ਆਫਰ ਲੈਟਰ ਅਪਲਾਈਡ ਹੈ ਤੇ ਫੈਬਰਰੀ ਖਤਮ ਹੋਣ ਨੂੰ ਹੈ, 5-6 ਮਹੀਨੇ ਹੋ ਚੁੱਕੇ, ਉਹਦੀ ਆਫਰ ਲੈਟਰ ਨਹੀਂ ਆਈ ਹਜੇ ਤੱਕ. ਬੱਚੇ ਵੇਟ ਕਰਦੇ ਆ ਸਰ ਆਫਰ ਲੈਟਰ ਅਪਲਾਈ ਕਰ ਦਾਂਗੇ, ਆਫਰ ਲੈਟਰ ਆਊਗੀ ਵੀ ਕਿ ਨਹੀਂ ਆਊਗੀ. ਤਾਂ ਤੁਸੀਂ ਇਹ ਚੀਜ਼ ਦਾ ਵਾਅਦਾ ਕਰ ਦਿਓ ਕਿ 24 ਘੰਟਿਆਂ ਦੇ ਵਿੱਚ, ਇੱਕ ਦਿਨ ਦੇ ਵਿੱਚ ਤੁਸੀਂ ULO ਐਜੂਕੇਸ਼ਨ ਤੋਂ ਜਿਹੜਾ ਵੀ ਬੱਚਾ ਅਪਲਾਈ ਕਰੂਗਾ ਉਹਨੂੰ 100% ਅਸੀਂ ਆਫਰ ਲੈਟਰ ਲੈ ਕੇ ਦੇਵਾਂਗੇ. ਸਿਰਫ FCMT ਕਾਲਜ ਦੀ ਗੱਲ ਨਹੀਂ ਕਰਦੇ, ਮੈਂ ਤੁਹਾਨੂੰ ਪਹਿਲਾਂ ਕਿਹਾ ਪ੍ਰਮੋਸ਼ਨਲ ਵੀਡੀਓ ਨਹੀਂ ਹੈਗੀ. ਕੋਈ ਵੀ ਕਾਲਜ ਤੁਸੀਂ ਸਾਡੇ ਥਰੂ ਅਪਲਾਈ ਕਰਦੇ ਆ, ਅਸੀਂ ਤੁਹਾਨੂੰ ਗਰੰਟੀ ਕਰਦੇ ਹਾਂ ਕਿ ਉਹਦੀ ਆਫਰ ਲੈਟਰ ਤੁਹਾਨੂੰ ਮਿਲੂਗੀ, ਚਾਹੇ ਉਹ ਸਰਕਾਰੀ ਹੈ ਪ੍ਰਾਈਵੇਟ ਆ. ਅਸੀਂ ਬੱਚੇ ਦੀ ਪ੍ਰੋਫਾਈਲ ਦੇ ਹਿਸਾਬ ਨਾਲ ਕੰਮ ਕਰਦੇ ਹਾਂ. ਤਾਂ ਜਿੱਥੇ ਮੈਂ ਸਰ ਦੇਖਿਆ ਕਿ ਜਿੱਦਾਂ ਆਪਾਂ ਹਰਮਨ ਨਾਲ ਗੱਲ ਕੀਤੀ, ਪ੍ਰਾਈਵੇਟ ਇੰਸਟੀਚਿਊਟ ਬੱਚਾ ਤਾਂ ਵੀ ਸਕਸੈਸ ਰੇਟ, ਕਿਉਂਕਿ ਸਕਸੈਸ ਰੇਟ ਇੱਕ ਵੱਡਾ ਸਵਾਲ ਹੈ. ਬੱਚਾ ਫਾਈਲ ਲਾ ਲੈਂਦਾ, ਅਪਲਾਈ ਕਰ ਦਿੰਦਾ, ਸਾਰੀ ਫੀਸ ਪੇ ਕਰ ਦਿੰਦਾ, GIC ਪੇ ਕਰ ਦਿੰਦਾ, ਪਰ ਵੀਜ਼ਾ ਨਹੀਂ ਆਉਂਦਾ. ਐਂਡ ਜਦੋਂ ਫੀਸ ਰਿਫੰਡ ਹੋਣੀ ਹੁੰਦੀ ਹੈ ਬਹੁਤ ਟਾਈਮ ਲੱਗ ਜਾਂਦਾ ਹੈ, ਪੈਸੇ ਕੱਟੇ ਜਾਂਦੇ ਨੇ, ਨੁਕਸਾਨ ਹੋ ਜਾਂਦਾ ਹੈ. ਸਮਾਂ ਜੋ ਬੱਚੇ ਦੇ ਲਈ ਸਭ ਤੋਂ ਵੱਧ ਜ਼ਰੂਰੀ ਹੈ, ਕਿਉਂਕਿ ਅੱਜ 20-21-22 ਸਾਲ ਦੀ ਉਮਰ ਆ ਬੱਚੇ ਦੀ. ਜੇ ਅੱਜ ਉਹਦੇ 2-2.5 ਸਾਲ, ਜਿੱਦਾਂ ਹਰਮਨ ਨੇ ਆਪਾਂ ਨੂੰ ਦੱਸਿਆ ਕਿ ਮੈਂ 2 ਸਾਲ ਆਪਣੇ ਖਰਾਬ ਕੀਤੇ, ਤਾਂ ਹੁਣ ਇੱਥੋਂ ਪਤਾ ਲੱਗਦਾ ਹੈ ਕਿ ਬੱਚੇ ਇੱਕ ਪ੍ਰੀਸ਼ੀਅਸ ਟਾਈਮ ਹੈ. ਆਫਟਰ 20s ਇੱਕ ਬੱਚੇ ਦਾ ਬਹੁਤ ਇੰਪੋਰਟੈਂਟ ਟਾਈਮ ਹੁੰਦਾ, ਉਹਨੂੰ ਰਿਫਿਊਜ਼ਲਸ ਦੇ ਵਿੱਚ ਖਰਾਬ ਕਰ ਰਹੇ ਆ. ਕਿਉਂਕਿ ਇੱਕ ਸੁਪਨਾ ਬਣ ਚੁੱਕਾ ਪੰਜਾਬ ਦੇ ਵਿੱਚ, ਕੈਨੇਡਾ ਜਾਣਾ, ਆਸਟ੍ਰੇਲੀਆ, UK ਜਾਣਾ, ਠੀਕ ਹੈ. ਉੱਥੇ ਬੱਚਾ ਇਹ ਨਹੀਂ ਕਹਿੰਦਾ ਯਾਰ ਠੀਕ ਹੈ ਮੇਰਾ ਇੱਕ ਸਾਈਡ ਕੰਮ ਹੈ. ਮੈਂ ਜੋ ਸਮਝਦਾ ਕਿ ਬੱਚੇ ਨੂੰ ਇਹ ਹੋਣਾ ਚਾਹੀਦਾ ਕਿ ਜੀ ਮੈਂ ਬਾਹਰ ਜਾਣਾ, ਤੇ ਬਾਹਰ ਜਾਣ ਵਾਸਤੇ ਮੇਰਾ ਇੱਕ ਸੁਪਨਾ ਨਾਲ ਫੋਰਨ ਜਾ ਕੇ ਪੜ੍ਹਾਈ ਕਰਨਾ, ਇੰਟਰਨੈਸ਼ਨਲ ਐਜੂਕੇਸ਼ਨ ਲੈਣਾ, ਤੇ ਮੇਰਾ ਇੱਕ ਸੈਕੰਡਰੀ ਕੰਮ ਹੋਣਾ ਚਾਹੀਦਾ. ਨਾਲ ਨਾਲ ਜੋ ਮੈਂ ਇੰਡੀਆ 'ਚ ਕਰ ਸਕਦਾ ਮੈਂ ਕਰਾਂ. ਪਰ ਬੱਚੇ ਇੱਥੇ ਸਭ ਕੁਝ ਛੱਡ ਕੇ ਫਿਰ ਆਪਣਾ ਅਪਲਾਈ ਕਰਦੇ ਆ ਫ੍ਰੀ ਬੈਠ ਕੇ ਕਿ ਅਸੀਂ ਆਪਣੀ ਫਾਈਲ ਤੇ ਫੋਕਸ ਕਰਨਾ. ਪਹਿਲਾਂ ਆਇਲਸ ਕਰਦੇ ਆ, ਉਹਨੂੰ 2-3 ਮਹੀਨੇ 4 ਮਹੀਨੇ ਕਲੀਅਰ ਨਹੀਂ ਹੋਈ, ਫਿਰ ਕੀਤੀ, ਫਿਰ ਫਾਈਲ ਲਾਈ, ਫਿਰ ਰਿਫਿਊਜ਼ਲ, ਫਿਰ ਫਾਈਲ ਲਾਈ, ਫਿਰ ਰਿਫਿਊਜ਼ਲ. ਜਿੱਦਾਂ ਹਰਮਨ ਦੀਆਂ 3 ਰਿਫਿਊਜ਼ਲ ਸੀ. ਪਹਿਲਾਂ ਆਇਲਸ ਕੀਤੀ, ਫਿਰ 2 ਸਾਲ ਆਇਲਸ ਕਰਨ ਤੋਂ ਬਾਅਦ 2 ਸਾਲ ਸਿਰਫ ਐਪਲੀਕੇਸ਼ਨ ਤੇ ਲਏ. 7 ਤੋਂ 8 ਲੱਖ ਰੁਪਏ ਜਿੱਦਾਂ ਹਰਮਨ ਦੱਸਿਆ ਉਹਦਾ ਖਰਾਬ ਵੀ ਹੋਇਆ, ਪੈਸੇ ਵੀ ਖਰਾਬ ਹੋਏ, ਸਮਾਂ ਵੀ ਖਰਾਬ ਹੋਇਆ. ਚਲੋ ਪੈਸੇ ਤਾਂ ਵਾਪਸ ਆ ਜਾਣਗੇ ਪਰ ਸਮਾਂ ਨਹੀਂ ਵਾਪਸ ਆਉਣਾ. ਸਪੈਸ਼ਲੀ ਉਸ ਉਮਰ ਦਾ ਜਿਹੜਾ ਸਮਾਂ ਵਾ ਉਹ ਬਹੁਤ ਜ਼ਿਆਦਾ ਕੀਮਤੀ ਆ. ਤਾਂ ਕੀ ਆਪਾਂ ਕਵਾਂਗੇ ਕਿ ਸਕਸੈਸ ਰੇਟ ਦੀ ਗੱਲ ਕਰੀਏ ਤਾਂ ਕਿਸ ਤਰੀਕੇ ਨਾਲ ਮਤਲਬ ਆਪਾਂ ਐਕਸਪੈਕਟ ਕਰ ਸਕਦੇ ਹਾਂ? ਸੋ ਸਕਸੈਸ ਰੇਟ ਦੇ ਅਕੋਰਡਿੰਗ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਸਕਸੈਸ ਰੇਸ਼ੋ ਕੋਈ ਵੀ ਪਾਰਟਿਕੂਲਰ ਕਾਲਜ ਦਾ ਨਹੀਂ ਆ, ਰਾਈਟ. ਸੋ ਇਟਸ ਆਲ ਅਬਾਊਟ ਪ੍ਰੋਫਾਈਲ. ਪਰ ਬੱਚਾ ਇਹ ਗੱਲ ਕਹਿੰਦਾ ਕਿ ਜੀ ਮੇਰਾ ਆਹ ਕਾਲਜ ਵਿੱਚ ਅਪਲਾਈ 'ਚ ਵੀਜ਼ਾ ਆ ਜਾਊਗਾ. ਬੱਚੇ ਨੂੰ ਇਹ ਕਿਉਂ ਸਮਝਾਇਆ ਗਿਆ, ਇਹ ਕਿੱਥੋਂ ਗੱਲ ਆਈ ਕਿ ਇਹ ਜਿਹੜੇ ਰੂਮਰਸ ਆ ਕਿਉਂ ਉੱਡਦੇ ਆ? ਕਾਲਜ ਦੇ ਨਾਲ ਸਕਸੈਸ ਰੇਟ ਦਾ ਕੀ ਲੈਣਾ ਦੇਣਾ ਹੈ? ਕਿਉਂਕਿ ਤੁਸੀਂ ਕਾਲਜ ਹੋ, ਠੀਕ ਹੈ. ਅਸੀਂ ਇੰਡੀਆ ਦੇ ਵਿੱਚ ਕੰਸਲਟੈਂਟ ਬੈਠੇ ਹਾਂ, ਅਸੀਂ ਕਾਨੂੰਨ ਪੜ੍ਹ ਕੇ ਬੱਚੇ ਦੇ ਸਾਹਮਣੇ, ਤੁਸੀਂ ਕਾਲਜ ਆ, ਤੁਸੀਂ ਕਾਲਜ 'ਚ ਰਹਿੰਦੇ ਆ, ਤੁਹਾਨੂੰ ਕਾਲਜ ਦਾ ਅਨੁਭਵ ਆ. ਅਸੀਂ ਚਾਹੁੰਦੇ ਹਾਂ ਕਿ ਤੁਸੀਂ ਬੱਚਿਆਂ ਨੂੰ ਦੱਸੋ ਕਿ ਕਾਲਜ ਦਾ ਸਕਸੈਸ ਰੇਟ ਦੇ ਨਾਲ, ਐਮਬੈਸੀ ਦੇ ਨਾਲ ਕਿੰਨਾ ਕੁ ਰਿਲੇਸ਼ਨ ਆ, ਕਿੰਨਾ ਕੁ ਇਸ ਚੀਜ਼ ਦਾ ਪ੍ਰਭਾਵ ਪੈਂਦਾ, ਚਾਹੇ ਉਹ ਸਰਕਾਰੀ ਪ੍ਰਾਈਵੇਟ ਕੁਝ ਵੀ ਹੋਵੇ, ਕਾਲਜ ਦਾ ਕੀ ਰਿਲੇਸ਼ਨ ਆ ਸਕਸੈਸ ਰੇਟ ਦੇ ਨਾਲ? ਸੋ ਕੈਨੇਡਾ 'ਚ ਜਦੋਂ ਸਟੂਡੈਂਟ ਅਪਲਾਈ ਕਰਦਾ ਤਾਂ ਉਹਦੀ 2 ਕੈਟਾਗਰੀਜ਼ ਹੁੰਦੀਆਂ ਨੇ, ਹਾਂਜੀ, SDS ਐਂਡ ਨੌਨ SDS, ਰਾਈਟ. ਸੋ ਉਹਨਾਂ ਨੂੰ ਬਹੁਤ ਇੱਕ ਧਿਆਨ ਦੇ ਵਿੱਚ ਰੱਖ ਕੇ ਅਗਰ ਆਪਾਂ ਫਾਈਲ ਲੌਂਚ ਕਰਦੇ ਆ ਤਾਂ ਨੋ ਡਾਊਟ ਸਕਸੈਸ ਰੇਸ਼ੋ ਬਹੁਤ ਵਧੀਆ ਰਹੇਗੀ, ਰਾਈਟ. ਕੋਈ ਵੀ ਕਾਲਜ ਹੋਏ ਨੋ ਪ੍ਰੋਬਲਮ. ਸੋ SDS ਕੈਟਾਗਰੀ ਦੀ ਅਗਰ ਆਪਾਂ ਗੱਲ ਕਰਦੇ ਆ ਤਾਂ ਉਹਦੇ ਵਿੱਚ 4 ਚੀਜ਼ਾਂ ਦੀ ਧਿਆਨ 'ਚ ਰੱਖਣ ਦੀ ਲੋੜ ਆਪਾਂ ਨੂੰ. ਉਹਦੇ ਵਿੱਚ ਕੀ ਨੇ? ਸਭ ਤੋਂ ਪਹਿਲਾਂ ਬੈਂਡ ਸਕੋਰ. SDS ਪ੍ਰੋਫਾਈਲ ਲਈ 6 ਈਚ ਬੈਂਡ ਸਕੋਰ ਚਾਹੀਦਾ, ਰਾਈਟ. ਸੋ 6 ਈਚ ਬੈਂਡ ਸਕੋਰ ਹੈਗੇ ਆ ਤਾਂ ਸਟੂਡੈਂਟ SDS ਕੈਟਾਗਰੀ ਦੇ ਵਿੱਚ ਫਾਲ ਕਰੇਗਾ, ਰਾਈਟ. ਆਫਟਰ ਦੈਟ ਅਗਰ SDS ਕੈਟਾਗਰੀ ਨੂੰ ਆਪਾਂ ਕੰਪਲੀਟ ਇੱਕ ਦੇਖੀਏ ਤਾਂ ਉਹਦੇ ਵਿੱਚ ਆਪਾਂ ਨੂੰ 1 ਈਅਰ ਫੀਸ ਵੀ ਚਾਹੀਦੀ ਆ, ਲਿਵਿੰਗ ਐਕਸਪੈਂਸ ਵੀ ਚਾਹੀਦੇ 1 ਈਅਰ ਦੇ. ਯੈਸ. ਸੋ ਆਫਟਰ ਦੈਟ ਇੱਕ DLI ਨੰਬਰ ਹੋਣਾ ਵੀ ਬਹੁਤ ਜ਼ਰੂਰੀ ਹੈ. ਮੈਂ ਦਰਸ਼ਕਾਂ ਨੂੰ ਇੱਥੇ ਤੁਹਾਨੂੰ ਇੰਟਰਪਟ ਕਰਨਾ, ਸੌਰੀ, ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਕਿ DLI ਨੰਬਰ ਕੀ ਹੁੰਦਾ. DLI ਨੰਬਰ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਟ ਨੰਬਰ, ਜੋ ਕੈਨੇਡਾ ਦੀ ਸਰਕਾਰ ਵੱਲੋਂ ਕਿਸੇ ਵੀ ਕਾਲਜ, ਕਿਸੇ ਵੀ ਯੂਨੀਵਰਸਿਟੀ, ਚਾਹੇ ਸਰਕਾਰੀ ਪ੍ਰਾਈਵੇਟ ਹੋਵੇ, ਦਿੱਤਾ ਜਾਂਦਾ ਹੈ. ਇਹਦਾ ਮਤਲਬ ਹੁੰਦਾ ਕਿ ਇਹ ਕਾਲਜ ਜਾਂ ਇਹ ਯੂਨੀਵਰਸਿਟੀ ਸਰਕਾਰ ਵੱਲੋਂ ਮਾਨਤਾ ਹੈਗੇ ਆ. FCMT ਕਾਲਜ ਵੀ ਇੱਕ DLI ਅਪਰੂਵਡ ਕਾਲਜ ਹੈ. ਮੈਂ ਤੁਹਾਨੂੰ ਦੱਸਣਾ ਚਾਹੂੰਗਾ ULO ਐਜੂਕੇਸ਼ਨ, ਮੋਗਾ, ਧਰਮਕੋਟ, ਜ਼ੀਰਾ, ਜਿੰਨੀਆਂ ਵੀ ਸਾਡੀਆਂ ਬ੍ਰਾਂਚਿਸ ਆ, ਅਸੀਂ ਕਿਸੇ ਵੀ ਕਾਲਜ ਨਾਲ ਕੰਮ ਨਹੀਂ ਕਰਦੇ ਜਿਹਦੇ ਕੋਲ DLI ਨੰਬਰ
ਨੰਬਰ ਨਾ ਹੋਵੇ। ਓਨਲੀ ਐਂਡ ਓਨਲੀ ਉਹਨਾਂ ਕਾਲਜਸ ਤੇ ਯੂਨੀਵਰਸਿਟੀਜ਼ ਨਾਲ ਕੰਮ ਕਰਦੇ ਆ ਜਿਹਦੇ ਕੋਲ ਪ੍ਰੋਪਰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੋਣ ਤੇ ਪ੍ਰੋਪਰ DLA ਨੰਬਰ ਸਰਕਾਰ ਦੀ ਵੈਬਸਾਈਟ ਦੇ ਉੱਪਰ ਲਿਖਿਆ ਹੋਵੇ। ਠੀਕ ਹੈ ਸਰ, DLA ਇੱਕ ਇੰਪੋਰਟੈਂਟ ਐਸਪੈਕਟ ਆ ਜਿੱਦਾਂ ਤੁਸੀਂ ਦੱਸਿਆ SDS ਕੈਟੇਗਰੀ ਦੇ ਵਿੱਚ, ਪਰ ਸਵਾਲ ਇੰਪੋਰਟੈਂਟ ਹੈ ਸਕਸੈਸ ਰੇਟ ਤੁਸੀਂ ਕਹਿ ਰਹੇ ਹੋ SDS ਕੈਟੇਗਰੀ ਉੱਤੇ ਜ਼ਿਆਦਾ ਹੁੰਦਾ ਹੈ ਨੌਨ SDS, ਜੋ ਮੈਂ ਸਮਝਿਆ, ਪਰ ਨੌਨ SDS ਵਿੱਚ ਵੀ ਸਕਸੈਸ ਰੇਟ ਆਪਾਂ ਦੇਖਿਆ ਈਵਨ FCMT ਜਿੱਦਾਂ ਹਰਮਨ ਨੇ ਦੱਸਿਆ ਉੱਥੇ ਗਏ ਹੁਣ ਬੱਚੇ ਇੱਕ ਮੋਡਿਊਲ ਚੋਂ 5.5 ਵਾਲੇ ਬੱਚੇ ਵੀ ਉੱਥੇ ਬੈਠੇ ਆ। ਆਪਣੇ ਵੀ ਬਹੁਤ ਸਾਰੇ ਵੀਜ਼ੇ ਤੁਸੀਂ ਲੈ ਕੇ ਦਿੱਤੇ ਆ ਸਾਨੂੰ, ਤੁਹਾਡੇ ਕਾਲਜ ਦੇ ਵਿੱਚ ਇੱਕ 5.5 ਦੇ ਆਏ ਆ। ਤਾਂ ਮੈਂ ਸਮਝਣਾ ਚਾਹੂੰਗਾ ਜਿਹੜੀ ਨੌਨ SDS ਕੈਟੇਗਰੀ ਹੈ, ਚਾਹੇ ਉਹ ਇੱਕ ਮੋਡਿਊਲ ਚੋਂ 5.5 ਹੋਵੇ, ਚਾਹੇ ਉਹ PT ਹੋਮ ਬੇਸਡ, PT ਸੈਂਟਰ ਬੇਸਡ, ਟੋਫਲ ਹੋਮ ਬੇਸਡ, ਟੋਫਲ ਸੈਂਟਰ ਬੇਸਡ ਹੋਵੇ, ਨੌਨ SDS ਕੈਟੇਗਰੀ ਅੱਜ ਕਿੱਥੇ ਖੜੀ ਹੈ, ਕਿੰਨਾ ਸਕਸੈਸ ਰੇਟ ਨੌਨ SDS ਨੂੰ ਮਿਲ ਸਕਦਾ, ਤਾਂ ਕਿਹੜੀਆਂ ਗੱਲਾਂ ਦਾ ਜੇ ਸਕਸੈਸ ਰੇਟ ਨੌਨ SDS ਵਿੱਚ ਲੈਣਾ ਤਾਂ ਕਿਹੜੀਆਂ ਗੱਲਾਂ ਦਾ ਬੱਚਾ ਧਿਆਨ ਰੱਖੇ ਤਾਂ ਕਿ ਉਹਨੂੰ ਵੀਜ਼ਾ ਮਿਲ ਸਕੇ। ਸੋ ਨੌਨ STS ਕੈਟਾਗਰੀ ਦੇ ਵਿੱਚ ਅਗਰ ਆਪਾਂ ਵੀਜ਼ਾ ਲੈਣਾ ਚਾਹੁੰਦੇ ਆ ਤਾਂ ਆਪਾਂ ਨੂੰ ਦੋ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ। ਫਸਟ ਆਫ ਆਲ ਦੈਟ ਇਜ਼ ਐਨੂਅਲ ਇਨਕਮ ਆਫ ਪੇਰੈਂਟਸ, ਰਾਈਟ। ਅਗਰ ਐਨੂਅਲ ਇਨਕਮ ਪੇਰੈਂਟਸ ਦੀ ਬੈਟਰ ਹੈ, ਅਰਾਊਂਡ 8-9 ਲੱਖ ਹੈ ਐਨੂਅਲੀ, ਤਾਂ ਕਿ ਉਹਦੇ ਪੇਰੈਂਟਸ ਉਹਨੂੰ ਸਪੋਰਟ ਕਰ ਸਕਣ, ਰਾਈਟ। ਸੋ ਐਨੂਅਲ ਇਨਕਮ ਇਸ ਕਰਕੇ ਕੰਸੀਡਰ ਕੀਤੀ ਜਾਂਦੀ ਹੈ। ਆਫਟਰ ਦੈਟ ਅਗਰ ਸੈਕਿੰਡ ਆਪਸ਼ਨ ਇਹ ਆ ਬੱਚੇ ਕੋਲ ਐਨੂਅਲ ਇਨਕਮ ਦੇ ਨਾਲ ਆਪਾਂ ਨੂੰ ਫੰਡਸ ਵੀ ਸ਼ੋ ਕਰਨੇ ਚਾਹੀਦੇ ਅਗਰ ਆਪਣੀ ਪ੍ਰੋਫਾਈਲ ਨੌਨ STS ਆ, ਰਾਈਟ। ਨੌਨ STS ਦਾ ਮਤਲਬ ਇਹ ਨਹੀਂ ਹੈ ਕਿ ਆਪਣਾ ਕਾਲਜ ਦਾ DLI ਨੰਬਰ ਨਹੀਂ ਹੋਏਗਾ, ਰਾਈਟ, ਕਾਲਜ ਦੀ ਫੀਸ ਘਟ ਜਾਏਗੀ, ਰਾਈਟ। ਸੋ STS ਕੈਟਾਗਰੀ ਦੇ ਵਿੱਚ ਜਿੱਦਾਂ ਕਿ ਆਪਾਂ 4 ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹਾਂ, ਬਟ ਅਗਰ ਆਪਾਂ ਨੌਨ STS ਦੇ ਵਿੱਚ ਜਾ ਰਹੇ ਹਾਂ ਤਾਂ ਆਪਾਂ 4 ਦੇ ਵਿੱਚੋਂ 3 ਤਾਂ ਕੰਪਲੀਟ ਕਰ ਸਕਦੇ ਹਾਂ। ਇਹ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜੇ ਆਪਣੇ 6 'ਚ ਬੈਂਡ ਨਹੀਂ ਹੈਗੇ, ਜੇ ਆਪਾਂ IELTS ਨਹੀਂ ਕੀਤੀ, PT ਕੀਤੀ ਹੈ, ਡੁਓਲਿੰਗੋ ਕੀਤਾ, ਟੋਫਲ ਕੀਤਾ, ਤਾਂ ਐਟਲੀਸਟ ਉਹ ਆਪਣੀ ਸ਼ਰਤ ਜੇ ਟੁੱਟਦੀ ਪਈ STS ਕੈਟੇਗਰੀ, ਬਾਕੀ 3 ਸ਼ਰਤਾਂ ਨੂੰ ਜ਼ਰੂਰ ਪੂਰਾ ਕੀਤਾ ਜਾਵੇ। ਉਹਦੇ ਸਰਪਲਸ ਆਪਾਂ ਨੂੰ ਫੰਡਸ ਵੀ ਲਗਾਉਣੇ ਚਾਹੀਦੇ ਆ, ਸਰਪਲਸ ਆਪਾਂ ਨੂੰ ਫਾਈਨੈਂਸ਼ੀਅਲ ਪ੍ਰੂਫਸ ਵੀ ਦੇਣੇ ਚਾਹੀਦੇ ਆ, ਐਨੂਅਲ ਇਨਕਮ ਵੀ ਦੇਣੀ ਚਾਹੀਦੀ ਹੈ। ਠੀਕ ਹੈ ਜੀ। ਸੋ ਅਗਰ ਆਪਾਂ ਇਹਨਾਂ ਚੀਜ਼ਾਂ ਤੇ ਫੋਕਸ ਕਰਾਂਗੇ ਤਾਂ ਨੋ ਡਾਊਟ ਨੌਨ STS ਕੈਟਾਗਰੀ ਦੇ ਵਿੱਚ ਵੀ ਆਪਾਂ ਸਕਸੈਸ ਲੈ ਸਕਦੇ। ਬਹੁਤ ਸਾਰੇ ਬੱਚੇ ਦਾ ਡਾਊਟ ਤਾਂ ਕਰਕੇ ਮੈਂ ਤੁਹਾਨੂੰ ਇਹ ਸਵਾਲ ਪੁੱਛ ਲਿਆ ਕਿਉਂਕਿ PT ਹਜ਼ਾਰਾਂ ਬੱਚੇ PT ਕਰ ਰਹੇ ਕਿਉਂਕਿ IELTS ਹੁੰਦੀ ਨਹੀਂ, ਫਿਰ ਬੱਚਾ ਕਹਿੰਦਾ ਯਾਰ ਮੈਂ PT ਕਰ ਲੈਣਾ। ਠੀਕ ਹੈ, ਅਸੀਂ ਵੀ ਪਹਿਲਾਂ PT ਦੀ ਕਲਾਸਿਸ ਨਹੀਂ ਦਿੰਦੇ ਸੀ, ਪਰ ਅਸੀਂ ਸਪੈਸ਼ਲੀ ਇਸੇ ਕਰਕੇ ਸਟਾਰਟ ਕੀਤੇ ਕਿ ਬੱਚੇ ਦੀ ਡਿਮਾਂਡ ਬਹੁਤ ਸੀ। UN ਐਜੂਕੇਸ਼ਨ ਮੋਗਾ ਹੈਡ ਆਫਿਸ ਜਾਂ ਸਰ ਜਿੰਨੀਆਂ ਵੀ ਬ੍ਰਾਂਚਸ ਕਰ ਰਹੇ ਆ, ਤਾਂ PT ਦੇ ਉੱਪਰ ਪਿੱਛੇ ਜਿਹੇ ਰਿਊਮਰਸ ਵੀ ਉੱਡੇ ਕਿ ਜੀ ਬੰਦ ਹੋ ਗਈ, ਕੈਨੇਡਾ ਨੇ ਲੈਣੀ ਬੰਦ ਕਰਤੀ, PT ਤੇ ਵੀਜ਼ਾ ਆਊਗਾ ਨਹੀਂ ਆਊਗਾ, ਤੁਹਾਡੇ ਕਾਲਜ ਵਿੱਚ ਆਊਗਾ ਨਹੀਂ ਆਊਗਾ, ਤੁਸੀਂ ਉਹਦੇ ਬਾਰੇ ਜ਼ਰੂਰ ਦੱਸੋ ਕਿਉਂਕਿ PT ਦੇ ਵਿੱਚ ਕਲੈਰੀਫਿਕੇਸ਼ਨ ਦੀ ਲੋੜ ਆ। ਤੁਸੀਂ ਕਲੀਅਰ ਕਰ ਦੋਗੇ ਜ਼ਿਆਦਾ ਬੈਟਰ ਹੋਊਗਾ। ਯੈਸ, ਵੀ ਆਰ ਅਸੈਪਟਿੰਗ PTE ਐਜ਼ ਵੈਲ, ਰਾਈਟ। ਸੋ PT ਤੇ ਈਵਨ ਤੁਸੀਂ ਖੁਦ ਬਹੁਤ ਵੀਜ਼ਾਸ ਲੈ ਚੁੱਕੇ ਹੋ ਵਿਦ FCMT ਕਾਲਜ, ਰਾਈਟ। ਅਦਰ ਕਾਲਜਸ ਦੇ ਵਿੱਚ ਵੀ ਨੋ ਡਾਊਟ ਤੁਹਾਡੇ ਆਏ ਹੋਣਗੇ, ਰਾਈਟ। ਸੋ ਕੈਨੇਡਾ 'ਚ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਕਿ PT ਨਾਲ ਵੀਜ਼ਾ ਨਹੀਂ ਆਏਗਾ, ਬਟ PT ਨਾਲ ਪ੍ਰੋਬਲਮ ਛੋਟੀ ਜਿਹੀ ਇੱਕ ਆਪਾਂ ਨੂੰ ਫੇਸ ਕਰਨੇ ਪੈਂਦੀ ਹੈ ਕਿ ਆਪਾਂ ਨੌਨ STS ਕੈਟਾਗਰੀ ਦੇ ਵਿੱਚ ਆ ਜਾਂਦੇ, ਰਾਈਟ। ਸੋ ਨੌਨ STS ਕੈਟਾਗਰੀ ਦੇ ਵਿੱਚ ਅਗਰ ਆ ਰਹੇ ਹਾਂ ਵਿਦ ਬੈਟਰ PTE ਸਕੋਰ ਤੇ ਆਪਾਂ ਨੂੰ ਫਾਈਨੈਂਸ਼ੀਅਲ ਡਾਕੂਮੈਂਟ ਸਟਰੋਂਗ ਸ਼ੋ ਕਰਕੇ ਤਾਂ ਆਪਾਂ ਉਹਦੇ ਵਿੱਚ ਵੀ ਵੀਜ਼ਾ ਲੈ ਸਕਦੇ। ਚਾਹੇ ਕੋਈ ਵੀ ਐਪਲੀਕੇਸ਼ਨ ਆ, IELTS ਵਿੱਚ ਵੀ ਬੈਂਡ ਘੱਟ ਨੇ, PT ਹੈ, ਕੋਈ ਵੀ ਟੋਫਲ ਕੀਤਾ, ਜਦੋਂ ਨੌਨ STS ਕੈਟਾਗਰੀ 'ਚ ਫਾਈਲ ਚਲੇਗੀ ਨਾ, ਮੈਨੂੰ ਲੱਗਦਾ ਉਹਦੇ ਵਿੱਚ ਇਨਕੁਆਰੀ ਜ਼ਿਆਦਾ ਆ। ਇਨਕੁਆਰੀ ਕਿਵੇਂ ਜ਼ਿਆਦਾ ਆ ਕਿ ਆਪਾਂ ਹੁਣ ਦੇਖੋ ਜਿੱਦਾਂ 4 ਆਪਾਂ ਸ਼ਰਤਾਂ ਦੱਸੀਆਂ ਕਿ STS ਕੈਟੇਗਰੀ ਦੀ ਹੋਗੀ। STS ਕੈਟੇਗਰੀ ਨਾਲ 10th ਦੇ ਡਾਕੂਮੈਂਟ ਲੱਗਣੇ ਆ, +2 ਲੱਗਣੀ, ਪਾਸਪੋਰਟ ਲੱਗਣੀ ਹੈ, ਉਹ ਆਪਣਾ ਫੀਸ ਰਿਸਿਪਟ ਲੱਗਣੀ ਹੈ, LOA ਲੱਗਣੀ ਹੈ, ਆਪਣੀ GIC ਸਰਟੀਫਿਕੇਟ ਲੱਗਣਾ, ਪੇਰੈਂਟਸ ਵੱਲੋਂ ਸਪੋਰਟਿੰਗ ਡਾਕੂਮੈਂਟ ਲੱਗਣਾ ਤੇ SOP ਲੱਗਣੀ ਹੈ। ਇਹ 7-8 ਡਾਕੂਮੈਂਟ ਇਕੱਠੇ ਕਰਕੇ ਆਪਾਂ ਫਾਈਲ ਲਾਤੀ, ਆਪਾਂ ਨੂੰ ਵੀਜ਼ਾ ਮਿਲ ਜਾਣਾ। ਨੌਨ STS ਕੀ ਹੈ, ਇਹ ਤਾਂ ਲੱਗਣੇ ਆ, ਸਰਪਲਸ ਉਹਦੇ ਫੰਡਸ ਵੀ ਲੱਗਣੇ ਆ, ਫਾਈਨੈਂਸ਼ੀਅਲ ਪ੍ਰੂਫਸ ਵੀ ਲੱਗਣੇ ਆ, ਐਨੂਅਲ ਇਨਕਮ ਵੀ ਲੱਗਣੀ ਹੈ, ਐਸੈਟਸ ਵੀ ਲੱਗਣੀ ਹੈ, CA ਰਿਪੋਰਟਸ ਵੀ ਲੱਗਣੇ ਆ। ਤੇ ਜਿੰਨੇ ਜ਼ਿਆਦਾ ਡਾਕੂਮੈਂਟ ਆਪਾਂ ਪੰਜਾਬੀ 'ਚ ਕਹਿ ਦਿੰਦੇ ਕਿ ਜਿੰਨੀ ਗੱਲ ਲੰਬੀ ਲੈ ਜਾਓ ਨਾ ਉਹ ਤੇ ਸ਼ੱਕ ਵੱਧ ਹੁੰਦਾ ਤੇ ਉਹ ਗੱਲ ਲੰਬੀ ਚਲੀ ਗਈ। ਨੌਨ STS ਵਿੱਚ ਡਾਕੂਮੈਂਟੇਸ਼ਨ ਜ਼ਿਆਦਾ ਹੋਗੀ ਤਾਂ ਓਬਵੀਅਸਲੀ ਇਨਕੁਆਰੀ ਜ਼ਿਆਦਾ ਆ। ਕਿਤੇ ਨਾ ਕਿਤੇ ਬੱਚਾ ਆਪਦੇ ਫੰਡਸ ਦੇ ਲਈ, ਕਿਤੇ ਨਾ ਕਿਤੇ CA ਰਿਪੋਰਟ ਲਈ, ਕਿਤੇ ਨਾ ਕਿਤੇ ਤੋਂ ਫੇਲ ਕਰਦਾ, ਜਿਹਦੇ ਕਰਕੇ ਉਹਨੂੰ ਵੀਜ਼ਾ ਰਿਜੈਕਟ ਕੀਤਾ ਜਾਂਦਾ। ਬਟ ਇਹ ਹੈ ਕਿ ਇਹਦੇ ਵਿੱਚ ਵੀ ਸਕਸੈਸ ਰੇਟ ਹੈਗਾ, ਜੋ ਮੈਨੂੰ ਲੱਗਦਾ ਤੁਹਾਡੇ ਕਾਲਜ ਵਿੱਚ ਵੀ ਆਪਾਂ ਵੀਜ਼ੇ ਲਏ ਆ, ਹੋਰ ਵੀ ਕਾਲਜਸ ਵਿੱਚ ਅਸੀਂ ਕਾਫੀ ਸਾਰੇ ਵੀਜ਼ਾਸ PT ਦੇ ਉੱਪਰ ਖਾਸ ਕਰਕੇ ਬਹੁਤ ਵੀਜ਼ਾ ਆਪਾਂ ਦੇਖਿਆ। ਠੀਕ ਹੈ ਜੀ, ਗੱਲ ਕਰਾਂਗੇ ਇੰਪੋਰਟੈਂਟ ਹੈ ਜੋ ਬਹੁਤ ਕੋਰਸ, ਕਿਉਂਕਿ ਐਮਬੈਸੀ, ਕੈਨੇਡੀਅਨ ਹਾਈ ਕਮਿਸ਼ਨ, CIC ਅੱਜ ਦੀ ਡੇਟ 'ਚ ਇਹ ਦੇਖ ਰਿਹਾ ਕਿ ਸਭ ਤੋਂ ਵੱਧ ਵੀਜ਼ਾ ਰਿਫਿਊਜ਼ ਤਾਂ ਹੋ ਰਿਹਾ ਕਿ ਬੱਚੇ ਦਾ ਕੋਰਸ ਨਹੀਂ ਸਹੀ ਹੁੰਦਾ। ਸਰ ਕੋਰਸ ਦੇ ਬਾਰੇ ਜਾਣਨਾ ਚਾਹੂੰਗਾ, ਕਿਹੜਾ ਬੱਚਾ, ਕਿਉਂਕਿ 4 ਸਟਰੀਮਸ ਆ ਬੱਚਾ ਇੰਡੀਆ ਦੇ ਵਿੱਚ ਜੇ ਪੜ੍ਹਾਈ ਕਰ ਰਿਹਾ ਤਾਂ ਟਿਪੀਕਲਿਟੀ ਇਹ ਹੈ ਕਿ 4 ਸਟਰੀਮਸ ਆ, ਨਾਨ ਮੈਡੀਕਲ, ਮੈਡੀਕਲ, ਆਰਟਸ ਤੇ ਕਾਮਰਸ, ਇਹ 4 ਸਟਰੀਮਸ ਆ। ਕਿਹੜੀ ਸਟਰੀਮ ਦਾ ਬੱਚਾ ਕਿਹੜਾ ਕੋਰਸ ਲਵੇ ਤੁਹਾਡੇ ਕਾਲਜ ਦੇ ਵਿੱਚ ਸੋ ਦੈਟ ਉਹਦਾ ਸਕਸੈਸ ਰੇਟ ਬਹੁਤ ਹਾਈ ਹੋਵੇ। ਹੋਰ ਗੱਲੋਂ ਰਿਫਿਊਜ਼ ਹੋ ਜਾਏ ਇੱਕ ਵੱਖਰਾ ਵਿਸ਼ਾ, ਕੋਰਸ ਵੱਲੋਂ ਰਿਫਿਊਜ਼ ਨਹੀਂ ਹੋਣਾ ਚਾਹੀਦਾ ਬੱਚਾ। ਯੈਸ, ਸੋ ਅਗਰ ਆਪਾਂ ਇੱਕ ਆਰਟਸ ਪ੍ਰੋਫਾਈਲ ਨੂੰ ਟਾਰਗੇਟ ਕਰਦੇ ਹਾਂ ਤਾਂ ਉਹਦੇ ਲਈ ਮੇਰੇ ਕੋਲ ਮੇਰੇ ਇੰਸਟੀਚਿਊਟ ਦੇ ਵਿੱਚ ਪ੍ਰੋਗਰਾਮ ਹੈ ਕਲਨਰੀ ਐਂਡ ਹਸਪੀਟੈਲਿਟੀ ਆਪਰੇਸ਼ਨ ਮੈਨੇਜਮੈਂਟ। ਇਹ 2 ਈਅਰ ਦਾ ਪ੍ਰੋਗਰਾਮ ਹੋਏਗਾ। ਐਂਡ ਆਫਟਰ ਦੈਟ ਅਗਰ ਆਪਾਂ ਕਾਮਰਸ ਸਟੂਡੈਂਟ ਟਾਰਗੇਟ ਕਰ ਰਹੇ ਹਾਂ ਤਾਂ ਮੇਰੇ ਕੋਲ ਹੈ ਬਿਜ਼ਨਸ ਮੈਨੇਜਮੈਂਟ, ਦੈਟ ਇਜ਼ ਫॉर 2 ਈਅਰ
ਰਾਈਟ ਆਫਟਰ ਦੈਟ ਮੇਰੇ ਕੋਲ ਹੈ ਕੰਪਿਊਟਿੰਗ ਸਪੋਰਟ ਯੈਸ ਉਹਦੇ ਵਿੱਚ ਸਟੂਡੈਂਟ ਨੂੰ ਪਾਥਵੇ ਵੀ ਮਿਲ ਸਕਦਾ ਸੋ ਉਸ ਪ੍ਰੋਗਰਾਮ ਲਈ ਅਗਰ ਤੁਸੀਂ ਕੁਝ ਟਾਰਗੇਟ ਕਰ ਸਕਦੇ ਹੋ ਤਾਂ ਦੈਟ ਇਜ਼ ਨਾਨ ਮੈਡੀਕਲ ਸਟੂਡੈਂਟ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਪਾਥਵੇ ਪ੍ਰੋਗਰਾਮ ਕਿ ਜਿਹੜਾ ਬੱਚਾ ਅਗਲੇ ਸਾਲ ਜਾ ਕੇ ਸਰਕਾਰੀ ਕਾਲਜ ਵਿੱਚ ਪੜੂਗਾ ਸਰਕਾਰੀ ਇੰਸਟੀਚਿਊਟ ਦੇ ਵਿੱਚ ਪੜੂਗਾ ਤੇ ਉਹਨੂੰ ਪੀਆਰ ਵੀ ਮਿਲ ਸਕਦੀ ਹੈ ਯੈਸ ਠੀਕ ਹੈ ਉਹਦੇ ਬਾਰੇ ਥੋੜਾ ਜਿਹਾ ਐਕਸਪਲੇਨ ਕਰੋ ਕਿਉਂਕਿ ਬੱਚਿਆਂ ਨੂੰ ਥੋੜਾ ਪਾਥਵੇ ਬਾਰੇ ਡਾਊਟ ਹੁੰਦਾ ਕਿ ਜੀ ਅਸੀਂ ਪ੍ਰਾਈਵੇਟ ਕਾਲਜ ਜਾ ਰਹੇ ਹਾਂ ਕਿਸ ਤਰੀਕੇ ਨਾਲ ਸਾਨੂੰ ਵਰਕ ਪਰਮਿਟ ਮਿਲੂਗਾ ਕਿਸ ਤਰੀਕੇ ਦੇ ਨਾਲ ਸਾਨੂੰ ਪੀਆਰ ਮਿਲ ਸਕਦੀ ਕਿਉਂਕਿ ਪੀਆਰ ਤੁਹਾਨੂੰ ਪਤਾ ਸਰ ਕਿ ਇਹ ਹਿਮਾਂਸ਼ੂ ਸਰ ਇਹ ਹੈ ਕਿ ਅੱਜ ਦੀ ਡੇਟ ਪੰਜਾਬ 'ਚ ਬੱਚਾ ਜਾ ਰਿਹਾ ਪੰਜਾਬ 'ਚ ਉਹ ਪੜ੍ਹਨ ਨਹੀਂ ਜਾ ਰਿਹਾ ਪੰਜਾਬ 'ਚੋਂ ਭੱਜ ਰਿਹਾ ਠੀਕ ਹੈ ਉਹਦਾ ਮੰਤਵ ਇਹ ਨਹੀਂਗਾ ਕਿ ਮੈਂ ਉੱਥੇ ਜਾ ਕੇ ਚੰਗੀ ਸਿੱਖਿਆ ਲਵਾਂ ਉਹਦਾ ਮੰਤਵ ਇਹ ਆ ਕਿ ਉੱਥੇ ਜਾ ਵੜਾਂ ਕਿਸੇ ਤਰੀਕੇ ਨਾਲ ਮੈਂ ਵਾਪਸ ਨਹੀਂ ਮੁੜ ਕੇ ਆਉਣਾ ਠੀਕ ਹੈ ਉੱਥੇ ਜਾ ਕੇ ਸੈਟਲ ਹੋਣਾ ਚਾਹੁੰਦਾ ਤੇ ਪੀਆਰ ਤੋਂ ਬਿਨਾਂ ਸੈਟਲ ਹੋਣਾ ਮੁਮਕਿਨ ਨਹੀਂ ਕਿਸ ਤਰੀਕੇ ਨਾਲ ਆਪਾਂ ਬੱਚੇ ਨੂੰ ਪੀਆਰ ਤੱਕ ਲੈ ਕੇ ਜਾਵਾਂਗੇ ਸੋ ਲਾਈਕ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਕੋਲ ਪਾਥਵੇ ਪ੍ਰੋਗਰਾਮ ਵੀ ਹੈ ਪਾਥਵੇ ਪ੍ਰੋਗਰਾਮ ਦਾ ਬੈਨੀਫਿਟ ਕੀ ਰਹੇਗਾ ਸਟੂਡੈਂਟ ਨੂੰ ਲਾਈਕ ਸਮਟਾਈਮ ਕੀ ਹੈ ਕਿ ਸਟੂਡੈਂਟ ਦਾ ਕੰਸਰਨ ਹੁੰਦਾ ਕਿ ਮੈਨੂੰ ਵਰਕ ਪਰਮਿਟ ਨਹੀਂ ਮਿਲੇਗਾ ਕਿ ਮੈਂ ਪ੍ਰਾਈਵੇਟ ਕਾਲਜ ਜਾ ਰਿਹਾ ਰਾਈਟ ਨੋ ਡਾਊਟ ਪ੍ਰਾਈਵੇਟ ਕਾਲਜ ਦੇ ਕੋਲ ਵਰਕ ਰਾਈਟਸ ਨਹੀਂ ਹੁੰਦੇ ਬਟ ਪ੍ਰਾਈਵੇਟ ਕਾਲਜ ਦੀ ਆਰਟੀਕੂਲੇਸ਼ਨ ਹੋਏਗੀ ਪਬਲਿਕ ਕਾਲਜ ਦੇ ਨਾਲ ਦੈਨ ਸਟੂਡੈਂਟ ਐਲੀਜੀਬਲ ਹੋ ਜਾਏਗਾ ਫॉर ਪੋਸਟ ਸਟੱਡੀ ਸਾਫ ਸ਼ਬਦਾਂ 'ਚ ਸਿੰਪਲ ਜੀ ਭਾਸ਼ਾ 'ਚ ਪੁੱਛਾਂ ਪੰਜਾਬੀ ਬੰਦੇ ਆ ਦੇਸੀ ਬੰਦੇ ਆ ਸਿੰਪਲ ਜੀ ਗੱਲ ਤੁਹਾਨੂੰ ਪੁੱਛਾਂ ਮੇਰੇ ਦਰਸ਼ਕ ਵੀ ਦੇਸੀ ਨੇ ਕਿ ਐਫਸੀਐਮਟੀ ਕਾਲਜ ਜਦੋਂ ਬੱਚਾ ਜਾਊਗਾ ਚਾਹੇ ਪਾਥਵੇ ਪ੍ਰੋਗਰਾਮ ਲੈ ਲਿਆ ਵਰਕ ਪਰਮਿਟ ਮਿਲੂਗਾ ਯੈਸ ਫॉर ਸ਼ੋਰ ਇਹ ਗੱਲ ਦੀ ਜ਼ਿੰਮੇਵਾਰੀ ਤੁਹਾਡੀ ਹੈ ਜਿਹੜਾ ਬੱਚਾ ਵੀ ਜਾਵੇ ਪਾਥਵੇ ਪ੍ਰੋਗਰਾਮ ਲੈ ਕੇ ਜਾ ਰਿਹਾ ਤਾਂ ਵਰਕ ਪਰਮਿਟ ਉਸ ਬੱਚੇ ਨੂੰ ਮਿਲਣਾ ਚਾਹੀਦਾ ਸੋ ਦੈਟ ਕਿ ਉਹ ਆਪਦੀ ਸੈਟਲਮੈਂਟ ਕਿਤੇ ਵੀ ਕੰਪਰੋਮਾਈਜ਼ ਨਾ ਕਰੇ ਠੀਕ ਹੈ ਇਹ ਬਹੁਤ ਵਧੀਆ ਗੱਲ ਤੁਸੀਂ ਦੱਸੀ ਉਸ ਤੋਂ ਬਾਅਦ ਗੱਲ ਕਰਾਂਗੇ ਇਨਟੇਕ ਕਿਉਂਕਿ ਬੱਚੇ ਲਈ ਟਾਈਮ ਘੱਟ ਹੈ ਅੱਜ ਦੀ ਡੇਟ ਦੇਖੀਏ ਸਤੰਬਰ ਇੰਟੇਕਸ ਦੀਆਂ ਵੀ ਸੀਟਾਂ ਖਾਲੀ ਹੋ ਰੱਖੀਆਂ ਨੇ ਪਰ ਮੈਂ ਦੇਖਿਆ ਕਿ ਅਸੀਂ ਅੱਜ ਦੀ ਡੇਟ ਦੇ ਵਿੱਚ ਵੀ ਬਹੁਤ ਸਾਰੇ ਬੱਚੇ ਐਫਸੀਐਮਟੀ 'ਚ ਪਾ ਰਹੇ ਹਾਂ ਸਰ ਕਿਹੜਾ ਅੱਜ ਬੱਚਾ ਵੀਡੀਓ ਦੇਖ ਕੇ ਸਾਨੂੰ ਅਪਰੋਚ ਕਰਦਾ ਕਿਹੜਾ ਇਨਟੇਕ ਤੁਹਾਡਾ ਕਾਲਜ ਉਸ ਬੱਚੇ ਨੂੰ ਦਊਗਾ ਸੋ ਮੇਨ ਇਨਟੇਕ ਲਈ ਐਪਲੀਕੇਸ਼ਨਸ ਅਸੈਪਟ ਕਰ ਰਿਹਾ ਹੈ ਕਾਲਜ ਰਾਈਟ ਆਫਟਰ ਦੈਟ ਵੀ ਹੈਵ ਜੁਲਾਈ ਇਨਟੇਕ ਸਤੰਬਰ ਇਨਟੇਕ ਨਵੰਬਰ ਇਨਟੇਕ ਐਸ ਵੈਲ ਠੀਕ ਹੈ ਜੀ ਤੇ ਇਸ ਦਾ ਮਤਲਬ ਇਹ ਹੈ ਕਿ ਆਪਣੇ 4-5 ਜਾਂ 6 ਇਨਟੇਕ ਹਰ ਸਾਲ ਹੁੰਦੇ ਨੇ ਪੂਰੇ ਸਾਲ ਦੇ ਵਿੱਚ ਤਾਂ ਕੋਈ ਵੀ ਮਤਲਬ ਇਦਾਂ ਨਹੀਂ ਕਿ ਬੱਚਾ ਸਾਡੇ ਕੋਲੇ ਆਊਗਾ ਤਾਂ ਨੈਕਸਟ ਅਵੇਲੇਬਲ ਇਨਟੇਕ ਉਹਨੂੰ ਨਾ ਮਿਲੂਗਾ ਠੀਕ ਹੈ ਆਫਰ ਲੈਟਰ ਤੁਸੀਂ ਪਹਿਲਾਂ ਹੀ ਦੱਸ ਚੁੱਕੇ 24 ਘੰਟਿਆਂ ਵਿੱਚ ਆਊਗੀ ਜੇ ਯੂਐਲਓ ਤੋਂ ਬੱਚਾ ਅਪਲਾਈ ਕਰਦਾ ਇੰਪੋਰਟੈਂਟ ਸਵਾਲ ਇਹ ਹੈ ਕਿ ਜਦੋਂ ਬੱਚਾ ਆਫਰ ਲੈਟਰ ਅਪਲਾਈ ਕਰਤੀ ਆਫਰ ਲੈਟਰ ਤਾਂ ਆ ਗਈ ਉਸ ਤੋਂ ਬਾਅਦ ਅਸੀਂ ਫੀਸ ਡਿਪੋਜ਼ਿਟ ਕਰਨੀ ਹੈ ਚਾਹੇ ਅਸੀਂ ਪੈਕੇਜ ਕਰਾਂਗੇ ਫੀਸ ਆਫਟਰ ਵੀਜ਼ਾ ਕਰਾਂਗੇ ਅਸੀਂ ਕਰਾਂਗੇ ਨਹੀਂ ਤਾਂ ਬੱਚਾ ਖੁਦ ਵੀ ਕਰ ਸਕਦਾ ਹੈ ਠੀਕ ਹੈ ਫੀਸ ਡਿਪੋਜ਼ਿਟ ਕਰਨ ਤੋਂ ਬਾਅਦ ਜੀਆਈਸੀ ਪੇਜ ਕਰਦੇ ਕਿੰਨੇ ਟਾਈਮ ਦਾ ਪ੍ਰੋਸੈਸ ਹੈ ਐਲਓਏ ਕਿੰਨੇ ਟਾਈਮ ਜਿਹੜੀ ਲੈਟਰ ਆਫ ਅਸੈਪਟੈਂਸ ਫਾਈਨਲ ਲੈਟਰ ਆ ਬੱਚੇ ਦਾ ਉਹ ਕਿੰਨੇ ਟਾਈਮ ਚ ਆ ਜਾਊਗਾ ਤੇ ਆਫਰ ਲੈਟਰ ਤੋਂ ਲੈ ਕੇ ਫਾਈਲ ਪ੍ਰੋਸੈਸਿੰਗ ਕਿੰਨੇ ਟਾਈਮ ਦੇ ਵਿੱਚ ਹੋ ਜਾਊਗੀ ਕਿਉਂਕਿ ਫਾਈਲ ਪ੍ਰੋਸੈਸ ਕਰਨਾ ਅਸੀਂ ਸਾਡੇ ਵੱਲੋਂ ਡਿਲੇ ਨਹੀਂ ਹੋਣਾ ਚਾਹੀਦਾ ਪਰ ਕਾਲਜ ਵੱਲੋਂ ਕਿਸ ਚੀਜ਼ਾਂ ਤੋਂ ਦਿੱਕਤਾਂ ਆਉਂਦੀਆਂ ਸਾਨੂੰ ਉਹ ਵੀ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਉਣੀਆਂ ਬਹੁਤ ਜ਼ਰੂਰੀ ਹੈ ਸੋ ਕਾਲਜ ਤੇ ਸਮ ਟਾਈਮ ਕੀ ਹੈ ਕਿ ਆਫਟਰ ਡਿਪੋਜ਼ਿਟ ਐਲਓਏ ਸਮ ਟਾਈਮ ਬਹੁਤ ਟਾਈਮ ਲੈ ਲੈਂਦਾ ਸੋ ਐਫਸੀਐਮਟੀ ਕਮਿਟ ਕਰਦਾ ਕਿ ਆਫਟਰ ਡਿਪੋਜ਼ਿਟ ਦਾ ਫੀ ਸੋ 24 ਆਵਰਸ ਦੇ ਵਿੱਚ ਤੁਹਾਨੂੰ ਐਲਓਏ ਮਿਲੇਗਾ 24 ਆਵਰਸ ਇੱਕ ਦਿਨ ਆਫਰ ਲੈਟਰ ਲਈ ਇੱਕ ਦਿਨ ਐਲਓਏ ਕਿਉਂ ਸਰ ਮੈਂ ਇਹ ਗੱਲ ਕਰ ਰਿਹਾ ਕਿਉਂਕਿ ਜਦੋਂ ਵੀ YouTube ਚੈਨਲ ਚੱਲਦਾ ਹੈ ਇੱਕ ਪ੍ਰੋਗਰਾਮ ਚੱਲਦਾ ਹੈ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਚੱਲਦਾ ਹੈ ਉੱਥੇ ਹਰ ਵਾਰੀ ਗੱਲ ਪਤਾ ਕੀ ਹੁੰਦੀ ਗੱਲ ਇਹ ਹੁੰਦੀ ਹੈ ਕਿ ਬੱਚਿਆਂ ਦੀਆਂ ਕੀ ਦਿੱਕਤਾਂ ਬੱਚਿਆਂ ਨੂੰ ਕੀ ਪ੍ਰੋਬਲਮ ਆਉਂਦੀ ਹੈ ਫਾਈਲ ਲਾਉਣ ਲੱਗੇ ਕਿਹੜੇ ਏਜੰਟ ਕੋਲ ਜਾਈਏ ਕਿਹੜਾ ਏਜੰਟ ਸਹੀ ਹੈ ਕਿਹੜਾ ਏਜੰਟ ਗਲਤ ਹੈ ਹਮੇਸ਼ਾ ਮੈਂ ਗੱਲ ਇਹਦੇ ਆਲੇ ਦੁਆਲੇ ਦੇਖਦਾ ਪਰ ਏਜੰਟਾਂ ਦੀ ਕੀ ਦਿੱਕਤ ਹੈ ਕੰਸਲਟੈਂਟਸ ਦੀ ਕੀ ਦਿੱਕਤ ਹੈ ਇਹਦੇ ਬਾਰੇ ਕਦੇ ਗੱਲ ਨਹੀਂ ਹੋਈ ਤਾਂ ਮੈਂ ਐਜ਼ ਅ ਕੰਸਲਟੈਂਟ ਜੇ ਗੱਲ ਕਰਾਂ ਮੇਰੇ ਕੋਲੇ ਮੈਂ ਪ੍ਰੋਮਿਸ ਕਰਦਾ ਕਿ ਬੱਚੇ ਦੇ ਸਾਹਮਣੇ ਬਹਿ ਕੇ ਅਸੀਂ ਫਾਈਲ ਲਾਉਂਦੇ ਹਾਂ ਕੱਲੀ ਚੀਜ਼ ਬੱਚੇ ਦੇ ਸਾਹਮਣੇ ਹੁੰਦੀ ਹੈ ਲੈਪਟਾਪ ਘੁਮਾ ਕੇ ਅਸੀਂ ਬੱਚੇ ਨੂੰ ਕਹਿੰਦੇ ਆਹ ਦੇਖ ਬਈ ਤੇਰੀ ਆਹ ਫਾਈਲ ਲੱਗ ਰਹੀ ਹੈ 4-5 ਘੰਟੇ ਕੋਲੇ ਬਹਿ ਜੀ ਧਿਆਨ ਨਾਲ ਦੇਖ ਲਈ ਤਾਂ ਕਿ ਤੈਨੂੰ ਕੋਈ ਵੀ ਡਾਊਟ ਨਾ ਰਹੇ ਕਿ ਅਸੀਂ ਕੰਮ ਨਹੀਂ ਸਹੀ ਕੀਤਾ ਜਦੋਂ ਅਸੀਂ ਕੋਈ ਕੰਮ ਲੁਕੋ ਕੇ ਕਰਨਾ ਨਹੀਂ ਜਦੋਂ ਸਾਫ਼ ਸੁਥਰਾ ਕੰਮ ਕਰਨਾ ਤਾਂ ਫਿਰ ਡਰ ਕਾਹਦਾ ਅਸੀਂ ਬਿਲਕੁਲ ਸਾਹਮਣੇ ਬੈਠ ਕੇ ਸਾਰਾ ਕੁਝ ਕਰਦੇ ਹਾਂ ਤੇ ਸਾਨੂੰ ਇਹ ਚੀਜ਼ ਮਹਿਸੂਸ ਹੁੰਦੀ ਹੈ ਜਦੋਂ ਅਸੀਂ ਇਹ ਚੀਜ਼ ਕਰਦੇ ਹਾਂ ਤਾਂ ਐਜ਼ ਕੰਸਲਟੈਂਟ ਮੈਨੂੰ ਇਹ ਪ੍ਰੋਬਲਮ ਹੁੰਦੀ ਹੈ ਕਿ ਮੈਂ ਕਾਲਜ 'ਚ ਅਪਲਾਈ ਕਰਤਾ ਜੀ ਆਫਰ ਲੈਟਰ ਆ ਗਈ ਜਦੋਂ ਫੀਸ ਭਰਦੇ ਨੇ ਐਲਓਏ ਨੂੰ 15-20 ਦਿਨ ਲੱਗ ਗਏ ਉਦੋਂ ਨੂੰ ਇਨਟੇਕ ਨੇੜੇ ਆਇਆ ਐਮਬੈਸੀ ਰਿਜ਼ਲਟ ਨਹੀਂ ਦੇ ਰਹੀ ਫਿਰ ਸਾਨੂੰ ਡੈਫਰ ਪਾਉਣੀ ਪੈਂਦੀ ਹੈ ਕਿਤੇ ਡੈਫਰ ਵਾਲਾ ਚੱਕਰ ਤਾਂ ਨਹੀਂ ਪਊਗਾ ਕਿਉਂਕਿ ਬੱਚਾ ਇਸ ਚੀਜ਼ ਤੋਂ ਪਰੇਸ਼ਾਨ ਹੁੰਦਾ ਸਮਾਂ ਕੀਮਤੀ ਆ ਹਰ ਬੱਚੇ ਦਾ ਕਿਤੇ ਇਹ ਨਾ ਹੋਵੇ ਕਿ ਅੱਜ ਅਸੀਂ ਮੇਨ ਟੇਕ ਦੇ ਵਿੱਚ ਐਪਲੀਕੇਸ਼ਨ ਕਰ ਦਈਏ ਮੇਨ ਟੇਕ ਨੂੰ ਰਹਿ ਗਏ 2 ਮਹੀਨੇ ਠੀਕ ਹੈ ਹੁਣ ਉਹਦੇ ਵਿੱਚ ਐਲਓਏ ਆਫਰ ਲੈਟਰ ਆ ਜੂਗੀ ਫੀਸ ਭਰ ਕੇ ਜੀਆਈਸੀ ਭਰ ਕੇ ਐਲਓਏ ਆ ਜੂ ਕੀ ਫਾਈਲ ਲੌਂਚ ਹੋ ਜੂਗੀ ਬੱਚੇ ਦੀ ਜੇ ਅੱਜ ਅਸੀਂ ਅਪਲਾਈ ਕਰਦੇ ਹਾਂ ਤਾਂ ਯੈਸ ਅਗਰ ਤੁਸੀਂ ਅੱਜ ਅਪਲਾਈ ਕਰ ਰਹੇ ਹੋ ਤਾਂ ਵਿਦਿਨ ਲਾਈਕ ਫੀਸ ਡਿਪੋਜ਼ਿਟ ਤੁਹਾਨੂੰ ਕੰਪਲੀਟ ਡਾਕੂਮੈਂਟ ਕਾਲਜ ਦੇ ਐਂਡ ਤੋਂ ਰਿਲੀਜ਼ ਹੋ ਜਾਂਦੇ ਆ ਆਫਟਰ ਦੈਟ ਤੁਸੀਂ ਆਪਣੀ ਫਾਈਲਿੰਗ ਕਰ ਸਕਦੇ ਹੋ ਠੀਕ ਹੈ ਜੀ ਡੈਫਰਮੈਂਟ ਦੀ ਕੋਈ ਵੀ ਪ੍ਰੋਬਲਮ ਨਹੀਂ ਠੀਕ ਹੈ ਜੀ ਇੱਕ ਇੰਪੋਰਟੈਂਟ ਸਵਾਲ ਸਰ ਬਹੁਤ ਹੈ ਜਦੋਂ ਬੱਚੇ ਦਾ ਵੀਜ਼ਾ ਆ ਜਾਂਦਾ ਠੀਕ ਹੈ ਅਸੀਂ ਹੁਣ ਦੇਖਿਆ ਕਿ ਬਹੁਤ ਸਾਰੇ ਬੱਚੇ ਟਰੈਵਲਿੰਗ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਪਿੱਛੇ ਕਰੋਨਾ ਸੀਗਾ ਤਾਂ ਕਰੋਨਾ ਵਿੱਚ ਬਹੁਤ ਖਾਸ ਕਰਕੇ ਦਿੱਕਤ ਆਈਆਂ ਸੀ ਟੈਸਟ ਨੂੰ ਲੈ ਕੇ ਜਦੋਂ ਬੱਚਾ ਟਰੈਵਲ ਕਰਦਾ ਆਪਦਾ 에ਅਰਪੋਰਟ ਤੇ ਜਾਂਦਾ ਉੱਥੇ ਇਮੀਗ੍ਰੇਸ਼ਨ ਕਲੀਅਰ ਕਰਦਾ ਉਹਨਾਂ ਚੀਜ਼ਾਂ ਲਈ ਤੁਸੀਂ ਕੀ ਸਪੋਰਟ ਕਰਦੇ ਹੋ ਬੱਚੇ ਨੂੰ ਡਾਕੂਮੈਂਟੇਸ਼ਨ ਦੀ ਟਰੈਵਲ ਸਪੋਰਟ ਲੈਟਰਸ ਆ ਕੀ ਹੈ ਕਿੰਨੇ ਟਾਈਮ 'ਚੋਂ ਕਰ ਦਿੰਦੇ ਹੋ ਜੇ ਕੋਈ ਬੱਚੇ ਨੂੰ ਉੱਥੇ 에ਅਰਪੋਰਟ ਤੇ ਜਾ ਕੇ ਪ੍ਰੋਬਲਮ ਆਉਂਦੀ ਹੈ ਇਮੀਗ੍ਰੇਸ਼ਨ ਵਾਲੇ ਜਿਹੜੇ ਹੈਗੇ ਉਹ ਉਹਨਾਂ ਨੂੰ ਸਵਾਲ ਕਰਦੇ ਨੇ ਉੱਥੇ ਕੋਈ ਉਹਨੂੰ ਕਨਫਰਮੇਸ਼ਨ ਚਾਹੀਦੀ ਹੈ ਕੋਈ ਡਾਕੂਮੈਂਟ ਕਿਸ ਤਰੀਕੇ ਨਾਲ ਸਪੋਰਟ ਐਫਸੀਐਮਟੀ ਕਾਲਜ ਬੱਚੇ ਨੂੰ ਕਰੂਗਾ ਸੋ ਐਫਸੀਐਮਟੀ ਕਾਲਜ ਅਗਰ ਲਾਈਕ ਸਟੂਡੈਂਟ ਕੋਈ ਵੀ ਟਰੈਵਲ ਕਰ ਰਿਹਾ ਸਪੋਰਟਿੰਗ ਲੈਟਰ
ਫੋਰ ਸ਼ੋਰ ਮਿਲੇਗਾ ਸਟੂਡੈਂਟ ਨੂੰ। ਸੋ ਕੋਈ ਵੀ ਟਰੈਵਲ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ। ਇਨ ਕੇਸ ਅਗਰ ਉੱਥੇ ਇਮੀਗ੍ਰੇਸ਼ਨ ਆਫਿਸਰ ਵੀ ਕੁਝ ਕੁਐਸਚਨਿੰਗ ਕਰਦਾ ਤਾਂ ਸਟੂਡੈਂਟ ਈਜ਼ੀਲੀ ਆਨਸਰ ਕਰ ਸਕਦਾ। ਸੋ ਉੱਥੇ ਕੋਈ ਵੀ ਇਦਾਂ ਦੀ ਪ੍ਰੋਬਲਮ ਨਹੀਂ ਆ। ਤਾਂ ਸਰ ਇੱਕ ਚੀਜ਼ ਜਿਹੜੀ ਬਹੁਤ ਇੰਪੋਰਟੈਂਟ ਆ ਦੈਟ ਇਜ਼ ਲੋਕੇਸ਼ਨ, ਕਿ ਬਹੁਤ ਸਾਰੇ ਬੱਚੇ ਅੱਜ ਦੀ ਡੇਟ 'ਚ ਤੁਹਾਨੂੰ ਪਤਾ ਕਿ ਸਭ ਦੇ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਹੁੰਦੇ ਆ, ਤਾਂ ਬਰੈਂਪਟਨ ਜਿਹੜਾ ਆਪਣਾ ਕੈਂਪਸ ਹੈ ਕਿੱਥੇ ਕੁ ਪੈ ਜਾਂਦਾ, ਪਲੀਜ਼ ਉਹਦੇ ਬਾਰੇ ਜ਼ਰੂਰ ਦਰਸ਼ਕਾਂ ਨੂੰ ਦਿਓ ਕਿ ਸੋ ਬੱਚਾ ਕਾਲਜ ਜਾ ਕੇ ਵੀ ਉੱਥੇ ਜਾ ਕੇ ਆਪਣੀ ਸਾਰੀ ਇਨਫੋਰਮੇਸ਼ਨ ਲੈ ਸਕੇ। ਜੇ ਕੋਈ ਕਿਸੇ ਨੇ ਰਿਸ਼ਤੇਦਾਰ ਭੇਜ ਕੇ ਵੀ ਉੱਥੇ ਇਨਫੋਰਮੇਸ਼ਨ ਲੈਣੀ ਹੈ ਤਾਂ ਉਹ ਵੀ ਬੱਚਾ ਜ਼ਰੂਰ ਲੈ ਸਕੇ, ਉਹਦੇ ਬਾਰੇ ਇਨਫੋਰਮੇਸ਼ਨ। ਸੋ ਬ੍ਰੈਂਪਟਨ ਕੁਈਨ ਸਟਰੀਟ ਦੇ ਵਿੱਚ FCMT ਕਾਲਜ ਲੋਕੇਟਡ ਹੈ। ਕੁਈਨਸ ਕਾਫੀ ਫੇਮਸ ਸਟਰੀਟ ਹੈ ਬ੍ਰੈਂਪਟਨ ਦੀ ਲੋਕੇਸ਼ਨ। ਸੋ ਗੂਗਲ ਤੇ ਵੀ ਪ੍ਰੋਪਰ ਲੋਕੇਸ਼ਨ ਹੈ, तो स्टूडेंट कैन इजीली चेक द ऑन लाइक गूगल। ठीक है जी, ठीक है। तो गूगल ਤੇ ਤੁਸੀਂ ਚੈੱਕ ਕਰ ਸਕਦੇ ਹੋ। ਮੇਰੇ ਨਾਲ ਸੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿਮਾਂਸ਼ੂ ਸਹੋਤਾ ਜੀ, FCMT ਕਾਲਜ, ਫਲੇਅਰ ਕਾਲਜ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ, ਬ੍ਰੈਂਪਟਨ, ontario ਕੈਨੇਡਾ ਤੋਂ। ਤੁਹਾਡੇ ਕੋਈ ਵੀ ਸਵਾਲ FCMT ਕਾਲਜ ਨੂੰ ਲੈ ਕੇ ਜਾਂ ਕਿਸੇ ਵੀ ਹੋਰ ਸਵਾਲ ਤੁਹਾਡੇ ਨੇ ਰਿਲੇਟਡ ਟੂ ਇਮੀਗ੍ਰੇਸ਼ਨ, ਸਟੂਡੈਂਟ ਵੀਜ਼ਾ, IELTS, PT, ਕੋਈ ਵੀ ਤੁਹਾਡਾ ਸਵਾਲ ਨੇ, ਵੀਜ਼ਾ ਵਿਚਾਰ ਹੈਸ਼ਟੈਗ ਲਿਖ ਕੇ ਤੁਸੀਂ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ। ਸਾਡਾ WhatsApp ਨੰਬਰ ਨੀਚੇ ਫਲੈਸ਼ ਹੋ ਰਿਹਾ, ਉਹਦੇ ਉੱਪਰ ਜਾ ਕੇ ਤੁਸੀਂ ਸਵਾਲ ਪੁੱਛ ਸਕਦੇ ਹੋ। ਆਉਣ ਵਾਲੇ ਐਪੀਸੋਡ ਦੇ ਵਿੱਚ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ। ਜੇ ਤੁਸੀਂ ਵੀਜ਼ਾ ਵਿਚਾਰ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ, ਉਸੇ ਨੰਬਰ ਦੇ ਉੱਪਰ ਤੁਸੀਂ ਹੈਸ਼ਟੈਗ ਵੀਜ਼ਾ ਵਿਚਾਰ ਲਿਖ ਕੇ ਵੀ ਪੁੱਛ ਸਕਦੇ ਹੋ। ਸਾਡੀ ਕੋਸ਼ਿਸ਼ ਹੁੰਦੀ ਹੈ ਚੰਗੀਆਂ ਸ਼ਖਸੀਅਤਾਂ ਨੂੰ ਤੁਹਾਡੇ ਨਾਲ ਲੈ ਕੇ ਆਈਏ, ਕਾਲਜਸ ਦੇ ਰਿਪਰੈਜ਼ੈਂਟੇਟਿਵ, ਚੰਗੇ ਬਿਜ਼ਨਸਮੈਨ ਜੋ ਕੈਨੇਡਾ ਦੇ ਵਿੱਚ ਕੰਮ ਕਰਦੇ ਨੇ, ਤਾਂ ਕਿ ਹਰ ਦਾਇਰੇ ਤੋਂ, ਕਾਲਜ ਦੇ ਦਾਇਰੇ ਤੋਂ, ਬਿਜ਼ਨਸ ਦੇ ਦਾਇਰੇ ਤੋਂ, ਕੰਮਕਾਰ ਜੌਬ ਦੇ ਦਾਇਰੇ ਤੋਂ, ਹਰ ਦਾਇਰੇ ਦੇ ਉੱਤੇ ਤੁਹਾਨੂੰ ਕਵਰ ਕਰ ਸਕੀਏ। ਕੈਨੇਡਾ, UK, ਆਸਟ੍ਰੇਲੀਆ ਬਾਰੇ ਤੁਹਾਨੂੰ ਜਾਣਕਾਰੀ ਦੇ ਸਕੀਏ। ਮਿਲਦੇ ਰਵਾਂਗੇ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਪ੍ਰੋਗਰਾਮ 'ਚ ਬਣੇ ਰਹਿਣ ਲਈ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਇੱਦਾਂ ਹੀ ਕਾਲਜਸ ਦੇ ਨਾਲ ਗੱਲਬਾਤ ਕਰਦੇ ਰਵਾਂਗੇ, ਤੁਹਾਡੀ ਹੈਲਪ ਕਰਦੇ ਰਵਾਂਗੇ, ਤੁਹਾਨੂੰ ਅਵੇਅਰ ਕਰਦੇ ਰਵਾਂਗੇ, ਜਾਗਰੂਕ ਕਰਦੇ ਰਵਾਂਗੇ। ਅਪਲਾਈ ਕਰਨ ਵਾਸਤੇ ਨੀਚੇ ਨੰਬਰ ਫਲੈਸ਼ ਕਰ ਰਿਹਾ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ।